मेहनत करने वालों की कभी हार नहीं होती, जो नफरत करने वालों की बेड़ी पार नहीं। ਤੁਹਾਡੇ ਸਫ਼ਰ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਕਿ ਗਨਮੈਨ ਤੋਂ ਸ਼ੁਰੂਆਤ ਹੁੰਦੀ ਹੈ ਔਰ ਉਸ ਤੋਂ ਬਾਅਦ ਉਸੇ ਬੈਂਕ ਦੇ ਅੱਜ ਬ੍ਰਾਂਚ ਮੈਨੇਜਰ ਲੱਗੇ ਹੋ। 2009 ਦੇ ਵਿੱਚ ਬੈਂਕ ਜੁਆਇਨ ਕੀਤੀ ਸੀ ਐਜ ਏ ਗਾਰਡ, ਤੇ ਉਸ ਟਾਈਮ ਤੇ ਮੇਰੀ ਪੋਜੀਸ਼ਨ ਸਲੂਟ ਮਾਰਨ ਦੀ ਸੀ। ਮੇਰੇ ਮਨ ਦੇ ਵਿੱਚ ਇੱਕ ਇੱਛਾ ਸੀ ਵੀ ਮੈਂ ਉਹ ਗੇਟ ਤੋਂ ਲੈ ਕੇ ਆਹ ਕੈਬਨ ਤੱਕ ਪਹੁੰਚਾਂ, ਜਿੱਥੇ ਕਿ ਸਾਰੇ ਬੰਦੇ ਆ ਕੇ ਸਲੂਟ ਕਰਦੇ ਨੇ। ਹੌਲੀ ਹੌਲੀ ਮੈਂ ਇਹਦੇ ਨਾਲ ਨੌਕਰੀ ਨਾਲ ਆਪਣੀ ਪੜ੍ਹਾਈ ਕੀਤੀ ਤੇ ਮੈਂ ਬੈਂਕ ਦੇ ਵਿੱਚ ਕੈਸ਼ੀਅਰ ਪ੍ਰਮੋਟ ਹੋਇਆ 2 ਸਾਲ ਬਾਅਦ। ਤੇ ਇਸੇ ਤਰੱਕੀ ਨੂੰ ਮੈਂ ਥੋੜ੍ਹਾ ਜਿਹਾ ਜਾਰੀ ਰੱਖਿਆ। ਜਾਰੀ ਕਰਦੇ ਕਰਦੇ ਫਿਰ ਮੈਂ ਅਫੀਸਰ ਦੀ ਤਿਆਰੀ ਕੀਤੀ। ਮੈਂ ਇਹਦੇ ਵਿੱਚ ਅਫੀਸਰ ਦੇ ਪੇਪਰ ਦੇ ਵਿੱਚ 3 ਵਾਰ ਫੇਲ ਹੋਇਆ ਪਹਿਲਾਂ, ਤੇ ਚੌਥੀ ਵਾਰ 2016 ਦੇ ਲਾਸਟ ਦੇ ਵਿੱਚ ਮੈਂ ਉਹਨੂੰ ਵੀ ਕਲੀਅਰ ਕਰ ਲਿਆ। ਜਿੰਨੇ ਵੀ ਸਾਡੇ ਅਫੀਸਰ ਵਗੈਰਾ ਸੀ ਇਹ ਕਹਿੰਦੇ ਸੀ ਵੀ ਤੈਨੂੰ ਉਸੇ ਬ੍ਰਾਂਚ ਵਿੱਚ ਹੀ ਦੁਬਾਰਾ ਦੇਣਾ ਜਿੱਥੋਂ ਤੁਸੀਂ ਗਏ ਹੋ। ਪਹਿਲਾਂ ਮੈਂ ਇਸੇ ਜਗ੍ਹਾ ਤੇ ਗਨਮੈਨ ਤੈਨਾਤ ਹੁੰਦਾ ਸੀਗਾ, ਉਹ ਪਿੱਛੇ ਮੇਰਾ ਬੋਰਡ ਲੱਗਾ ਅਕਾਊਂਟੈਂਟ ਦਾ। ਉਹ ਵੀ ਲੋਕਾਂ ਨੂੰ ਦਿਖਾਉਂਦੇ ਆ, ਦਰਸ਼ਕਾਂ ਨੂੰ ਉਹ ਵੀ ਦਿਖਾਉਂਦੇ ਆ। ਹੁਣ ਤੁਹਾਡਾ ਕੈਬਿਨ ਕਿਹੜਾ ਹੈ? ਇੱਥੇ ਜਗ੍ਹਾ ਬਹੁਤ ਘੱਟ ਹੈ, ਚੱਲਣਾ ਤਾਂ ਸਿਰਫ 4 ਕਦਮ ਦਾ ਹੀ ਹੈ, ਬਟ ਅਹੁਦਾ ਰਿਸਪੌਂਸਿਬਿਲਿਟੀਜ਼ ਬਦਲਾਅ ਬਹੁਤ। ਮੇਨ ਕੈਬਿਨ ਵੀ ਦਿਖਾਉਂਦੇ ਆ। ਹੁਣੇ ਪ੍ਰਮੋਸ਼ਨ ਹੋਈ ਹੈ ਤਾਂ ਹੁਣ ਅਗਲਾ ਕੈਬਿਨ ਕਿੱਥੇ ਸ਼ਿਫਟ ਹੋਏਗਾ? ਆਹ ਬ੍ਰਾਂਚ ਮੈਨੇਜਰ, ਹੁਣ ਇਹਦੇ ਥੱਲੇ ਹੁਣ ਆਹ ਵਾਲਾ ਕੈਬਿਨ ਹੋਏਗਾ। ਸਫ਼ਰ ਬਹੁਤ ਲੰਬਾ ਰਿਹਾ, ਬਟ ਤੁਹਾਡੇ ਵਿੱਚ ਸਿਰਫ ਜਜ਼ਬਾ ਸੀਗਾ, ਹੈ ਨਾ? ਇਸ ਵਿਚਕਾਰ ਕਿਉਂਕਿ 3 ਵਾਰ ਜੇ ਕੋਈ ਫੇਲ ਹੋ ਜਾਏ ਤਾਂ ਉਹ ਸੋਚਦਾ ਕਿ ਬਸ ਹੁਣ ਤਾਂ ਸ਼ਾਇਦ ਲਿਖਿਆ ਹੀ ਨਹੀਂ ਸੀਗਾ। ਹੁਣ ਇੰਨੇ ਵਾਰ ਅਟੈਂਪਟ ਕਰ ਲਏ, 3 ਵਾਰ ਫੇਲ ਹੋ ਗਏ, ਹੁਣ ਚੌਥੀ ਵਾਰ ਕਿੱਥੇ ਪਾਸ ਹੋਣਾ, ਹੁਣ ਰਹਿਣ ਦਿੱਤਾ। ਆਪਾਂ ਇਹ ਸੋਚਦੇ ਹਾਂ ਵੀ ਉਮਰ ਦੇ ਹਿਸਾਬ ਨਾਲ ਆਪਾਂ ਅੱਗੇ ਨਹੀਂ ਵੱਧ ਸਕਦੇ, ਪਰ ਇਹ ਸੋਚ ਬਿਲਕੁਲ ਗਲਤ ਆ। ਆਪਾਂ ਕਿਸੇ ਉਮਰ ਦੇ ਵਿੱਚ ਜਿੱਥੇ ਮਰਜ਼ੀ ਆਪਾਂ ਜਿਸ ਮਰਜ਼ੀ ਮੁਕਾਮ ਤੇ ਪਹੁੰਚ ਸਕਦੇ ਹਾਂ ਜੇ ਆਪਣੇ ਅੰਦਰ ਹੌਸਲਾ ਔਰ ਜਜ਼ਬਾ ਹੋਵੇ। ਸਟਾਫ ਦੇ ਨਾਲ ਕੰਮ ਕਰਦੇ ਹੋ, ਜੇ ਪਹਿਲੇ ਸਟਾਫ ਸੀਗਾ ਉਹੀ ਸਟਾਫ ਹੁਣ ਵੀ ਹੈਗਾ ਜਦੋਂ ਤੁਸੀਂ ਐਜ਼ ਅ ਗਨਮੈਨ ਕੰਮ ਕਰਦੇ ਸੀ, ਕਿ ਸਟਾਫ ਵੀ ਬਦਲੇ? ਉਹਨਾਂ ਵਿੱਚੋਂ 2 EMPLOYE ਮੇਰੇ ਨਾਲ ਨੇ ਜਿਨ੍ਹਾਂ ਦੇ ਨਾਲ ਮੈਂ ਬੈਠ ਕੇ ਰੋਟੀ ਖਾਂਦਾ ਹੁੰਦਾ ਸੀਗਾ। ਹੁਣ ਵੀ ਮੈਂ ਉਹਨਾਂ ਦਾ ਉਹੀ ਸਤਿਕਾਰ ਕਰਦਾ, ਚਾਹੇ ਮੈਂ ਮੈਨੇਜਰ ਦੀ ਪੋਸਟ 'ਤੇ ਹਾਂ, ਵੀ ਜਿਹੜਾ ਮੇਰੇ ਨਾਲ ਪਹਿਲਾਂ ਉਹਨਾਂ ਦੇ ਨਾਲ ਮੇਰਾ ਪਿਆਰ ਸੀਗਾ। ਮੈਂ ਵੀ ਇੱਕ ਗਰੀਬ ਘਰ ਦੇ ਵਿੱਚੋਂ ਹੀ ਉੱਪਰ ਉੱਠਿਆ, ਤੇ ਮੈਂ ਕਦੇ ਕਿਸੇ ਗਰੀਬ ਨੂੰ ਕਦੇ ਮੋੜਿਆ ਨਹੀਂ। ਮੇਰੇ ਕੋਲ ਜਿਹੜਾ ਬੰਦਾ ਆ ਗਿਆ ਉਹਦਾ ਡੈਫੀਨੈਟਲੀ ਕੰਮ ਹੋਏਗਾ। ਜਿਸ ਤਰ੍ਹਾਂ ਅੱਗੇ ਅਸੀਂ ਬੈਂਕ ਦੇ ਵਿੱਚ ਜਾਂਦੇ ਹੁੰਦੇ ਸੀ, ਇਹ ਚੀਜ਼ ਸੋਚਦੇ ਸੀ ਵੀ ਮੈਨੇਜਰ ਦੀ ਪੋਸਟ ਕਿੰਨੀ ਉੱਚੀ ਆ, ਆਪਾਂ ਉਹਨੂੰ ਪੁੱਛ ਕੇ ਅੰਦਰ ਵੜਦੇ ਹਾਂ। ਅੱਜ ਪਰਮਾਤਮਾ ਦੀ ਕਿਰਪਾ ਦੁਆਰਾ ਉਹੀ ਪੋਸਟ ਸਾਡੇ ਕੋਲੇ ਆ। ਲੱਗਦਾ ਕਿ ਕਈ ਵਾਰ ਲੋਕ ਹੁੰਦੇ ਨੇ ਆਪਣੇ ਹਾਲਾਤਾਂ ਨੂੰ ਹਰ ਵਾਰ ਦੋਸ਼ ਦੇ ਦਿੰਦੇ ਕਿ ਸਾਡੇ ਹਾਲਾਤ ਇਹੋ ਜਿਹੇ ਸੀਗੇ, ਅਸੀਂ ਆਹ ਨਹੀਂ ਕਰ ਪਏ, ਉਹ ਨਹੀਂ ਕਰ ਪਏ, ਬਟ ਤੁਸੀਂ ਮੈਨੂੰ ਲੱਗਦਾ ਹੈ ਫੌਜ ਤੋਂ ਬਾਅਦ ਫਿਰ ਇੱਥੇ ਵੀ ਆਏ, ਗਨਮੈਨ ਤੋਂ ਸ਼ੁਰੂਆਤ ਕੀਤੀ, ਅੱਜ ਐਡੇ ਵੱਡੇ ਅਹੁਦੇ 'ਤੇ ਪਹੁੰਚੇ ਹੋ, ਤੇ ਜੇਕਰ ਤੁਸੀਂ ਵੀ ਹਾਲਾਤਾਂ ਨੂੰ ਦੋਸ਼ ਦਿੰਦੇ ਰਹਿੰਦੇ ਫਿਰ ਤੁਸੀਂ ਇੱਥੇ ਛੱਪੜ ਦਾ ਪਾਣੀ ਨਾ ਬਣੋ ਵੀ ਜਿਹੜਾ ਇੱਕ ਥਾਂ 'ਤੇ ਖੜਾ ਰਹੇ। ਤੁਸੀਂ ਵਗਦੇ ਦਰਿਆਵਾਂ ਦਾ ਪਾਣੀ ਬਣੋ ਜਿਹੜਾ ਚੱਲਦਾ ਰਹੇ ਔਰ ਸਾਫ਼ ਸੁਥਰਾ ਰਹੇ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸਨੂਰ ਤਵਨ। ਕਿਹਾ ਜਾਂਦਾ ਹੈ ਕਿ ਜ਼ਿੰਦਗੀ ਦੇ ਵਿੱਚ ਕੁਝ ਸਿੱਖਣ ਦੀ ਕੋਈ ਸੀਮਾ ਨਹੀਂ ਹੁੰਦੀ, ਕੋਈ ਏਜ ਨਹੀਂ ਹੁੰਦੀ। ਏਜ ਡਜ਼ ਨਾਟ ਡਿਫਾਈਨ ਵਾਟ ਯੂ ਵਾਂਟ ਟੂ ਡੂ ਇਨ ਲਾਈਫ। ਔਰ ਇਸ ਦੇ ਨਾਲ ਹੀ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਹਾਡੇ ਮਨ ਦੇ ਵਿੱਚ ਜਜ਼ਬਾ ਹੋਵੇ ਤਾਂ ਕਿਹੜੇ ਵੀ ਮੁਕਾਮ ਤੇ ਤੁਸੀਂ ਪਹੁੰਚਣਾ ਚਾਹੋ ਤੁਸੀਂ ਪਹੁੰਚ ਸਕਦੇ ਹੋ। ਜੇ ਜਜ਼ਬਾ ਹੋਵੇ, ਜੇ ਕੁਝ ਕਰਨ ਦੀ ਚਾਹ ਹੋਵੇ, ਜੇ ਨੀਅਤ ਚੰਗੀ ਹੋਵੇ ਤਾਂ ਤੁਸੀਂ ਆਪਣੇ ਮਨ ਚਾਹੇ ਮੁਕਾਮ ਤੇ ਪਹੁੰਚ ਸਕਦੇ ਹੋ। ਔਰ ਅਜਿਹਾ ਕਰਕੇ ਵਿਖਾਇਆ ਹੈ ਪਿੰਡ ਖਾੜਾ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੇ। ਕੀ ਕਹਾਣੀ, ਉਹਨਾਂ ਦੀ ਕਹਾਣੀ ਸੁਣ ਕੇ ਤੁਸੀਂ ਬਹੁਤ ਇੰਸਪਾਇਰ ਹੋਵੋਗੇ, ਸੈਲਿਊਟ ਵੀ ਕਰੋਗੇ, ਕਿਉਂਕਿ ਪੋਜੀਸ਼ਨ ਉਹਨਾਂ ਨੇ ਆਪਣੀ ਬਦਲੀ। ਇੱਕ ਬੈਂਕ 'ਚੋਂ ਗਨਮੈਨ ਦੇ ਬਤੌਰ ਸ਼ੁਰੂਆਤ ਹੁੰਦੀ ਹੈ ਔਰ ਅੱਜ ਉਸੇ ਬੈਂਕ ਦੇ ਬ੍ਰਾਂਚ ਮੈਨੇਜਰ ਵਜੋਂ ਅਹੁਦੇ ਤੇ ਉਸ ਸੀਟ ਤੇ ਬੈਠੇ ਹੋਏ ਨੇ। ਔਰ ਲੰਬਾ ਸਫ਼ਰ ਰਿਹਾ, ਕਿਹੋ ਜਿਹਾ ਇਹ ਸਫ਼ਰ ਰਿਹਾ ਔਰ ਕਿਸ ਤਰ੍ਹਾਂ ਮਨ ਦੇ ਵਿੱਚ ਜਜ਼ਬਾ ਸੀਗਾ ਕਿ ਇਸ ਮੁਕਾਮ ਤੱਕ ਪਹੁੰਚਣਾ ਹੈ। ਸੋਚਿਆ ਸੀ ਜਾਂ ਸੋਚਿਆ ਵੀ ਨਹੀਂ ਸੀ ਔਰ ਅਜਿਹਾ ਹੋ ਗਿਆ। ਗੱਲਬਾਤ ਕਰਾਂਗੇ। ਪਰਮਜੀਤ ਸਿੰਘ ਸਾਡੇ ਨਾਲ ਮੌਜੂਦ ਨੇ। ਡੇਲੀ ਪੋਸਟ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਮੈਡਮ। ਤੁਹਾਡੇ ਸਫ਼ਰ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਕਿ ਗਨਮੈਨ ਤੋਂ ਸ਼ੁਰੂਆਤ ਹੁੰਦੀ ਹੈ ਔਰ ਉਸ ਤੋਂ ਬਾਅਦ ਉਸੇ ਬੈਂਕ ਦੇ ਅੱਜ ਬ੍ਰਾਂਚ ਮੈਨੇਜਰ ਲੱਗੇ ਹੋ। ਤੁਹਾਡੇ ਸਫ਼ਰ ਦੀ ਚਰਚਾ ਹੋ ਰਹੀ ਹੈ ਹਰ ਕਿਸੇ ਥਾਂ ਕਿ ਕਹਿ ਰਹੇ ਲੋਕ ਕਿ ਬਾਹਰ ਖੜਦੇ ਸੀ, ਸਲੂਟ ਕਰਦੇ ਸੀ ਲੋਕਾਂ ਨੂੰ, ਅੱਜ ਉਸ ਅਹੁਦੇ ਤੇ ਪਹੁੰਚ ਗਏ ਜਿੱਥੇ ਲੋਕੀ ਸਲੂਟ ਕਰਦੇ। ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਕਿਉਂ ਮੈਂ 2009 ਦੇ ਵਿੱਚ ਬੈਂਕ ਜੁਆਇਨ ਕੀਤੀ ਸੀ ਐਜ ਏ ਗਾਰਡ। ਤਾਂ ਜਦੋਂ ਗਾਰਡ ਨੇ ਤਾਂ ਕਸਟਮਰ ਨੂੰ ਵੀ ਸਲੂਟ ਕਰਨਾ, ਹਰ ਬੰਦੇ ਨੂੰ ਸਲੂਟ ਕਰਨਾ, ਤੇ ਉਸ ਟਾਈਮ ਤੇ ਮੇਰੀ ਪੋਜੀਸ਼ਨ ਸਲੂਟ ਮਾਰਨ ਦੀ ਸੀ। ਹੌਲੀ ਹੌਲੀ ਮੈਂ ਇਹਦੇ ਨਾਲ ਨੌਕਰੀ ਨਾਲ ਆਪਣੀ ਪੜ੍ਹਾਈ ਕੀਤੀ
ਤੇ ਮੈਂ ਬੈਂਕ ਦੇ ਵਿੱਚ ਕੈਸ਼ੀਅਰ ਪ੍ਰਮੋਟ ਹੋਇਆ 2 ਸਾਲ ਬਾਅਦ। ਤੋਂ ਉਸ ਤੋਂ ਬਾਅਦ ਇਹ ਮੈਨੂੰ ਅੱਛਾ ਲੱਗਿਆ ਵੀ ਮੇਰਾ ਅਹੁਦਾ ਵੱਧ ਗਿਆ ਤੇ ਇਸੇ ਤਰੱਕੀ ਨੂੰ ਮੈਂ ਥੋੜ੍ਹਾ ਜਿਹਾ ਜਾਰੀ ਰੱਖਿਆ। ਜਾਰੀ ਕਰਦੇ ਕਰਦੇ ਫਿਰ ਮੈਂ ਅਫੀਸਰ ਦੀ ਤਿਆਰੀ ਕੀਤੀ। ਮੈਂ ਇਹਦੇ ਵਿੱਚ ਅਫੀਸਰ ਦੇ ਪੇਪਰ ਦੇ ਵਿੱਚ 3 ਵਾਰ ਫੇਲ ਹੋਇਆ ਪਹਿਲਾਂ। ਫਿਰ ਮੈਂ ਇਹ ਹੌਸਲੇ ਨੂੰ ਜਾਰੀ ਰੱਖਿਆ, ਛੱਡਿਆ ਨਹੀਂ ਤੇ ਚੌਥੀ ਵਾਰ 2016 ਦੇ ਲਾਸਟ ਦੇ ਵਿੱਚ ਮੈਂ ਉਹਨੂੰ ਵੀ ਕਲੀਅਰ ਕਰ ਲਿਆ। ਤੇ ਫਿਰ ਮੈਂ 2017 ਦੇ ਵਿੱਚ ਅਫਸਰ ਬਣਿਆ। ਅਫਸਰ ਬਣ ਕੇ ਅਸਿਸਟੈਂਟ ਮੈਨੇਜਰ ਪ੍ਰਮੋਟ ਹੋਇਆ। ਫਿਰ ਮੇਰੀ ਇੱਥੋਂ ਇਸੇ ਬ੍ਰਾਂਚ ਵਿੱਚੋਂ ਬਦਲੀ ਹੋ ਗਈ। ਫਿਰ ਮੈਂ ਜਲੰਧਰ ਏਰੀਆ 'ਚ ਬੜਾ ਪਿੰਡ ਬ੍ਰਾਂਚ ਦੇ ਵਿੱਚ ਗਿਆ। ਉੱਥੇ ਵੀ ਐਜ ਏ ਡਿਪਟੀ ਬ੍ਰਾਂਚ ਹੈੱਡ ਮੈਂ ਰਿਹਾ ਤੇ ਉੱਥੋਂ ਵੀ ਮੈਨੂੰ ਜਿੰਨੇ ਵੀ ਸਾਡੇ ਅਫੀਸਰ ਵਗੈਰਾ ਸੀ ਇਹ ਕਹਿੰਦੇ ਸੀ ਵੀ ਤੈਨੂੰ ਉਸੇ ਬ੍ਰਾਂਚ ਵਿੱਚ ਹੀ ਦੁਬਾਰਾ ਦੇਣਾ ਜਿੱਥੋਂ ਤੁਸੀਂ ਗਏ ਹੋ। ਫਿਰ ਇਹਨਾਂ ਨੇ ਮੇਰੀ ਡਾਇਰੈਕਟ ਪੋਸਟਿੰਗ ਇੱਥੇ ਅਖਾੜਾ ਬ੍ਰਾਂਚ ਦੀ ਫਿਰ ਦੁਬਾਰਾ ਕਰਤੀ 2021 ਦੇ ਵਿੱਚ ਜੁਲਾਈ ਦੇ ਵਿੱਚ। ਫਿਰ ਮੈਂ ਐਜ ਏ ਡਿਪਟੀ ਬ੍ਰਾਂਚ ਛੱਡ ਆਇਆ ਇੱਥੇ। ਫਿਰ ਮੈਂ ਉਸੇ ਪੜ੍ਹਾਈ ਨੂੰ ਜਾਰੀ ਰੱਖਿਆ। ਮੇਰੇ ਮਨ ਦੇ ਵਿੱਚ ਇੱਕ ਇੱਛਾ ਸੀ ਵੀ ਮੈਂ ਉਹ ਗੇਟ ਤੋਂ ਲੈ ਕੇ ਆਹ ਕੈਬਨ ਤੱਕ ਪਹੁੰਚਾਂ ਜਿੱਥੇ ਕਿ ਸਾਰੇ ਬੰਦੇ ਆ ਕੇ ਸਲੂਟ ਕਰਦੇ ਨੇ। ਫਿਰ ਮੈਂ ਉਸੇ ਸਲੂਟ ਨੂੰ ਮੁੱਖ ਰੱਖਦੇ ਇੱਕ ਵਾਹਿਗੁਰੂ ਦੀ ਕਿਰਪਾ ਦੁਆਰਾ ਫਿਰ ਮੈਂ ਐਗਜ਼ਾਮ ਦਿੱਤਾ ਸਕੇਲ 2 ਅਫੀਸਰ ਵਾਸਤੇ। ਚਲੋ ਵਾਹਿਗੁਰੂ ਨੇ ਮੇਰੀ ਸੁਣੀ ਤੇ ਮੈਂ 31 ਮਾਰਚ ਨੂੰ ਮੈਨੇਜਰ ਪ੍ਰਮੋਟ ਹੋ ਗਿਆ। 31 ਮਾਰਚ ਨੂੰ। ਔਰ ਮਤਲਬ ਸਫ਼ਰ ਬਹੁਤ ਲੰਬਾ ਰਿਹਾ ਬਟ ਤੁਹਾਡੇ ਵਿੱਚ ਸਿਰਫ ਜਜ਼ਬਾ ਸੀਗਾ ਹੈ ਨਾ ਇਸ ਵਿਚਕਾਰ, ਕਿਉਂਕਿ 3 ਵਾਰ ਜੇ ਕੋਈ ਫੇਲ ਹੋ ਜਾਏ ਤਾਂ ਉਹ ਸੋਚਦਾ ਕਿ ਬਸ ਹੁਣ ਤਾਂ ਸ਼ਾਇਦ ਲਿਖਿਆ ਹੀ ਨਹੀਂ ਸੀਗਾ। ਹੁਣ ਇੰਨੇ ਵਾਰ ਅਟੈਂਪਟ ਕਰ ਲਏ, 3 ਵਾਰ ਫੇਲ ਹੋ ਗਏ, ਹੁਣ ਚੌਥੀ ਵਾਰ ਕਿੱਥੇ ਪਾਸ ਹੋਣਾ, ਹੁਣ ਰਹਿਣ ਦਿੰਦੇ ਆ। ਇਹ ਆਪਣੀ ਥਿੰਕਿੰਗ 'ਤੇ ਆਧਾਰ ਆ। ਜੇ ਆਪਾਂ ਪੋਜ਼ੀਟਿਵ ਸੋਚਦੇ ਹਾਂ ਤਾਂ ਪੋਜ਼ੀਟਿਵ ਹੁੰਦਾ। ਜਿਸ ਤਰ੍ਹਾਂ ਆਪਾਂ ਮੈਂ ਤੁਹਾਨੂੰ 2 ਲਾਈਨਾਂ ਬੋਲ ਕੇ ਦੱਸਦਾ ਵੀ ਜਿਹੜੇ ਮਿਹਨਤ ਕਰਦੇ ਆ ਉਹ ਜਿੱਤ ਪ੍ਰਾਪਤ ਕਰਦੇ ਨੇ ਹਮੇਸ਼ਾ। ਮਿਹਨਤ ਕਰਨੇ ਵਾਲੋਂ ਕੀ कभी हार नहीं होती, मेहनत करने वालों की कभी हार नहीं होती। जो लोग नफ़रत करते हैं उनके बारे में, जो नफ़रत करने वालों की बेड़ी पार नहीं होती। मेहनत करने वाले हमेशा कामयाब होंगे ने। ये असीं अपने बजुर्गों तो सीखिया सी ते उसे नहीं फॉलो करते हैं। इस तो गनमैन लगन तो पहले की करते सी? गनमैन लगन तो पहला मैं लुधियाना ਜ਼ਿਲ੍ਹੇ ਦੇ ਪਿੰਡ ਪੜੈਣ ਦਾ ਰਹਿਣ ਵਾਲਾ। ਮੇਰਾ ਜਨਮ ਵੀ ਪੜੈਣ ਪਿੰਡ ਦੇ ਵਿੱਚ ਹੀ ਹੋਇਆ ਸੀ। ਪਿੰਡ ਤੋਂ ਹੀ ਮੈਂ 9ਵੀਂ ਪਾਸ ਕਰਕੇ 17 ਸਾਲ ਦੀ ਉਮਰ ਦੇ ਵਿੱਚ ਆਰਮੀ ਜੁਆਇਨ ਕੀਤੀ ਸੀ, ਸਿੱਖ ਰੈਜੀਮੈਂਟ ਸੈਂਟਰ। ਸਿੱਖ ਰੈਜੀਮੈਂਟ ਦੇ ਸੈਂਟਰ ਦੇ ਜੋ ਟ੍ਰੇਨਿੰਗ ਕਰਕੇ ਫਿਰ ਮੈਂ ਸਿੱਖ ਰੈਜੀਮੈਂਟ ਦੀ ਦਸ਼ਮੇਸ਼ ਬਟਾਲੀਅਨ 10 ਸਿੱਖ ਰੈਜੀਮੈਂਟ ਦੇ ਵਿੱਚ ਨੌਕਰੀ ਕੀਤੀ। ਵੱਖ-ਵੱਖ ਥਾਵਾਂ 'ਤੇ ਅਸੀਂ ਰਹੇ, ਜਿਸ ਤਰ੍ਹਾਂ ਅਸੀਂ JNK ਵਿੱਚ ਰਹੇ, ਸਿਆਚਿਨ ਗਲੇਸ਼ੀਅਰ ਰਹੇ ਔਰ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਸ਼੍ਰੀਲੰਕਾ, ਨਾਗਾਲੈਂਡ, ਮਿਜ਼ੋਰਮ ਸਾਰੇ ਏਰੀਏ ਅਸੀਂ ਮਤਲਬ ਇਹਦੇ ਵਿੱਚ ਡਿਊਟੀ ਦੇ ਦੌਰਾਨ ਕੱਟੇ। ਲਾਸਟ 'ਤੇ ਮੈਂ 2003 ਦੇ ਵਿੱਚ ਆਪਣੇ ਪੈਨਸ਼ਨ ਆਇਆ ਆਰਮੀ ਦੇ ਵਿੱਚੋਂ। ਇਸੇ ਡਿਊਰੇਸ਼ਨ ਦੇ ਦੌਰਾਨ ਮੇਰੀ ਮੈਰਿਜ ਵੀ ਹੋਈ। ਮੇਰੇ 2 ਬੱਚੇ ਨੇ, ਕੁਲਵਿੰਦਰ ਸਿੰਘ ਮਠਾੜੂ ਔਰ ਕਰਮਜੀਤ ਕੌਰ ਮਠਾੜੂ। ਮੇਰੀ ਵਾਈਫ ਮਿਸਿਸ ਬਲਜੀਤ ਕੌਰ ਤੋਂ ਉਹ ਵੀ ਚੰਗੇ ਪੜ੍ਹੇ ਲਿਖੇ ਨੇ। MA ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦਿੱਤੀ ਮੈਂ ਆਪ। बेटे ने MA इंग्लिश की और मेरी बेटी ने MBA की और बेटा मेरा बाहर इस टाइम कुलविंदर सिंह मठाड़ू जो कनेडा में सैटल्ड आ। मेरी बेटी मेरे नाल रह रही आ और बेटा मैरिड आ। ਉਹਦੇ ਬੱਚੇ ਨੇ 2, ਉਹਨਾਂ ਦੀ ਵਾਈਫ ਆ ਮਿਸਿਸ ਸੁਖਵਿੰਦਰ ਕੌਰ, ਮੇਰੀ ਨੂੰਹ ਰਾਣੀ। ਤੋ ਪ੍ਰਾਊਡ ਮਹਿਸੂਸ ਕਰਦੇ ਹੋ? ਹਾਂਜੀ, ਮੈਂ ਉੱਥੇ ਹੀ ਆ ਰਿਹਾ। ਤੇ ਮੇਰਾ ਇੱਕ ਪੋਤਰਾ ਸਰਦਾਰ ਚਾਹਤਪ੍ਰੀਤ ਸਿੰਘ ਮਠਾੜੂ ਔਰ ਗੁਰਨਾਜ ਕੌਰ ਇੱਕ ਸਾਡੀ ਪੋਤਰੀ ਆ। ਉਹ ਤਾਂ ਉਸ ਦਿਨ ਦੇ ਭੰਗੜੇ ਪਾ ਰਹੇ ਆ ਜਿਸ ਦਿਨ ਦਾ ਮੈਂ ਮੈਨੇਜਰ ਬਣਿਆ। ਸਾਰਿਆਂ ਨੂੰ ਬਹੁਤ ਖੁਸ਼ੀ ਦੀ ਲਹਿਰ ਆ ਕਿ ਆਪਾਂ ਇਹ ਸੋਚਦੇ ਹਾਂ ਵੀ ਉਮਰ ਦੇ ਹਿਸਾਬ ਨਾਲ ਆਪਾਂ ਅੱਗੇ ਨਹੀਂ ਵੱਧ ਸਕਦੇ, ਪਰ ਇਹ ਸੋਚ ਬਿਲਕੁਲ ਗਲਤ ਆ। ਆਪਾਂ ਕਿਸੇ ਉਮਰ ਦੇ ਵਿੱਚ ਜਿੱਥੇ ਮਰਜ਼ੀ ਆਪਾਂ ਜਿਸ ਮਰਜ਼ੀ ਮੁਕਾਮ 'ਤੇ ਪਹੁੰਚ ਸਕਦੇ ਹਾਂ ਜੇ ਆਪਣੇ ਅੰਦਰ ਹੌਸਲਾ ਔਰ ਜਜ਼ਬਾ ਹੋਵੇ। ਉਸੇ ਸਟਾਫ ਦੇ ਨਾਲ ਕੰਮ ਕਰਦੇ ਹੋ ਜੇ ਪਹਿਲੇ ਸਟਾਫ ਸੀਗਾ ਉਹੀ ਸਟਾਫ ਹੁਣ ਵੀ ਹੈਗਾ ਜਦੋਂ ਤੁਸੀਂ ਐਜ਼ ਅ ਗਨਮੈਨ ਕੰਮ ਕਰਦੇ ਸੀ, ਕਿ ਸਟਾਫ ਵੀ ਬਦਲੇ? ਉਹਨਾਂ ਵਿੱਚੋਂ 2 ਐਮਪਲਾਈ ਮੇਰੇ ਨਾਲ ਨੇ ਜਿਨ੍ਹਾਂ ਦੇ ਨਾਲ ਮੈਂ ਬੈਠ ਕੇ ਰੋਟੀ ਖਾਂਦਾ ਹੁੰਦਾ ਸੀਗਾ। ਜੈਸੇ ਸਾਡਾ PN ਹੈ ਇੱਕ ਔਰ ਗਾਰਡ ਸਰ ਨੇ। ਗਾਰਡ ਸਰ ਵੀ ਮੈਨੂੰ ਅੱਛੀ ਤਰ੍ਹਾਂ ਜਾਣਦੇ, ਮੇਰੇ ਬੜੇ ਦੋਸਤ ਨੇ। ਉਹ ਜੋ PN ਸਾਡੇ ਹੁਣ ਇੱਥੇ ਲక్ష్ਮਣ ਸਿੰਘ ਆ, ਉਹ ਮੇਰੇ ਨਾਲ ਅਸੀਂ ਇਕੱਠੇ ਬੈਠ ਕੇ ਰੋਟੀ ਖਾਂਦੇ ਸੀ। ਹੁਣ ਵੀ ਮੈਂ ਉਹਨਾਂ ਦਾ ਉਹੀ ਸਤਿਕਾਰ ਕਰਦਾ, ਚਾਹੇ ਮੈਂ ਮੈਨੇਜਰ ਦੀ ਪੋਸਟ 'ਤੇ ਹਾਂ, ਵੀ ਜਿਹੜਾ ਮੇਰੇ ਨਾਲ ਪਹਿਲਾਂ ਉਹਨਾਂ ਦੇ ਨਾਲ ਮੇਰਾ ਪਿਆਰ ਸੀਗਾ। ਮੈਂ ਆਪਣੇ ਆਪ ਨੂੰ ਕਦੇ ਉੱਚਾ ਨਹੀਂ ਸਮਝਿਆ। ਕਸਟਮਰ ਨੂੰ ਵੀ ਕਦੇ ਮੈਂ ਉੱਚੀ ਆਵਾਜ਼ ਵਿੱਚ ਨਹੀਂ ਬੋਲਦਾ, ਕਿਉਂ ਕਸਟਮਰ ਮੇਰੇ ਲਈ ਰੱਬ ਨੇ। ਇਹ ਅੱਜ ਮੈਂ ਵੀ ਇੱਕ ਗਰੀਬ ਘਰ ਦੇ ਵਿੱਚੋਂ ਹੀ ਉੱਪਰ ਉੱਠਿਆ
ਤੇ ਇਸ ਕਰਕੇ ਮੈਂ ਇਸ ਲਾਈਨ ਨੂੰ ਸਾਰੀ ਨੂੰ ਜਾਣਦਾ ਥੱਲੇ, ਤੇ ਮੈਂ ਕਦੇ ਕਿਸੇ ਗਰੀਬ ਨੂੰ ਕਦੇ ਮੋੜਿਆ ਨਹੀਂ। ਮੇਰੇ ਕੋਲ ਜਿਹੜਾ ਬੰਦਾ ਆ ਗਿਆ ਉਹਦਾ ਡੈਫੀਨੈਟਲੀ ਕੰਮ ਹੋਏਗਾ ਹੀ ਹੋਏਗਾ, ਇਹ ਮੇਰਾ ਏਮ ਆ। ਫੈਮਿਲੀ ਨੇ ਨਹੀਂ ਕਦੀ ਕਿਹਾ ਕਿ ਤੁਸੀਂ ਇਸ ਉਮਰ 'ਚ ਕਿਹੜੇ ਕੰਮਾਂ 'ਚ ਲੱਗੇ ਹੋ, ਤੁਸੀਂ ਐਵੇਂ ਪੜ੍ਹਾਈ ਪੇਪਰ ਦੇਈ ਜਾਂਦੇ ਹੋ? ਨਹੀਂ, ਉਹਨਾਂ ਨੂੰ ਮੈਂ ਆਪਣੀ ਫੈਮਿਲੀ ਨੂੰ ਪੂਰਾ ਆਪਣਾ ਟਾਈਮ ਦਿੰਦਾ ਜਿਹੜਾ ਮੇਰੀ ਫੈਮਿਲੀ ਨੂੰ ਅਕੋਰਡਲੀ ਉਹਨੂੰ ਮਿਲਦਾ। ਅਤੇ ਉਹਨਾਂ ਨੂੰ ਪਤਾ ਹੈ ਵੀ ਮੈਂ ਆਰਮੀ ਵਿੱਚ ਵੀ ਮਿਹਨਤ ਕੀਤੀ ਆ ਪੂਰੀ। ਆਰਮੀ ਵਿੱਚ ਵੀ ਮੈਂ ਜਿੰਨੇ ਪ੍ਰਮੋਸ਼ਨ ਲਏ ਨੇ, ਅਤੇ ਮੈਂ ਸਾਰੇ ਗੇਮ ਦੇ ਸਿਰ 'ਤੇ ਪ੍ਰਮੋਸ਼ਨ ਲਏ ਸੀ। ਉਹਨਾਂ ਨੂੰ ਪਤਾ ਵੀ ਇਹ ਹਰ ਕੰਮ ਦੀ ਮਿਹਨਤ ਕਰਦੇ ਨੇ ਅਤੇ ਵੀ ਟਾਈਮ ਦੇ ਬਹੁਤ ਪੰਕਚੁਅਲ ਨੇ। ਜਿਸ ਤਰ੍ਹਾਂ ਬੈਂਕ ਦੇ ਵਿੱਚ ਵੀ ਮੈਂ ਡਿਊਟੀ ਕਰਦਾ ਤਾਂ ਮੈਂ 9:30 ਆਪਣੀ ਸੀਟ 'ਤੇ ਬੈਠਾ ਹੁੰਦਾ, ਚਾਹੇ ਮੇਰਾ 10 ਵਜੇ ਦਾ ਟਾਈਮ ਆ। ਉਸ ਤੋਂ ਪਹਿਲਾਂ ਮੈਂ ਆ ਕੇ ਆਪਣਾ ਸਾਰਾ ਜਿਹੜਾ ਵਰਕਆਊਟ ਆ ਕਰ ਲੈਂਦਾ। ਮੈਂ ਪੂਰਾ ਰੈਡੀ ਹੁੰਦਾ ਵੀ 10 ਵਜੇ ਪਹਿਲਾ ਕਸਟਮਰ ਆ ਕੇ ਮੇਰੇ ਨਾਲ ਮੈਥੋਂ ਆਪਣਾ ਕੋਈ ਵੀ ਕੰਮ ਕਰਾ ਸਕਦਾ। ਅੱਛਾ, ਤੁਸੀਂ ਪਹਿਲੇ ਤੋਂ ਹੀ ਤਿਆਰ ਰਹਿੰਦੇ ਹੋ? ਨਹੀਂ ਤਾਂ ਅੱਜ ਕੱਲ੍ਹ ਸਰਕਾਰੀ ਦਫ਼ਤਰਾਂ ਦੇ ਵਿੱਚ ਰੇਡਾਂ ਮਾਰੀਆਂ ਜਾ ਰਹੀਆਂ ਤਾਂ ਪਤਾ ਲੱਗਦਾ ਕਿ ਕਈ ਅਫਸਰ ਤਾਂ ਸੀਟ 'ਤੇ ਹੀ ਨਹੀਂ ਬੈਠੇ ਹੋਏ, ਤੁਸੀਂ ਅੱਧਾ ਘੰਟਾ ਪਹਿਲੇ ਹੀ ਪਹੁੰਚ ਜਾਂਦੇ ਹੋ? ਬਿਲਕੁਲ, ਡੈਫੀਨੇਟਲੀ। ਅੱਜ ਤੱਕ ਕਦੇ ਵੀ ਇੱਦਾਂ ਦਾ ਮੌਕਾ ਨਹੀਂ ਮਿਲਿਆ ਵੀ ਮੈਂ 10 ਵਜੇ ਐਂਟਰ ਕੀਤਾ ਹੋਵੇ। ਨਹੀਂ, 9:45 ਤੋਂ ਪਹਿਲਾਂ ਆਪਣੇ ਮੈਂ ਬੈਂਕ ਦੇ ਐਂਟਰ ਹੁੰਦਾ। ਬੱਚੇ ਨੂੰ ਪਤਾ ਇਹ ਚੀਜ਼ ਦਾ, ਉੱਪਰ ਤੱਕ ਸਾਡੇ ਅਫਸਰਾਂ ਨੂੰ ਪਤਾ ਵੀ ਇਹ ਬੰਦਾ ਲੇਟ ਨਹੀਂ ਹੋਣ ਵਾਲਾ। ਅਤੇ ਇਹ ਚੀਜ਼ ਨੂੰ ਮੈਂ ਇੱਕ ਆਪਣਾ ਸ਼ਡਿਊਲ ਬਣਾਇਆ ਹੋਇਆ ਪੱਕਾ, ਔਰ ਟਾਈਮਿੰਗ ਦੇ ਆਧਾਰ 'ਤੇ ਉੱਠਣ ਦਾ ਟਾਈਮਿੰਗ ਔਰ ਸੌਣ ਦਾ ਟਾਈਮਿੰਗ ਇਹ ਸਾਰੇ ਪੰਕਚੁਅਲ ਰੱਖੇ ਹੋਏ ਨੇ ਆਰਮੀ ਦੀ ਤਰ੍ਹਾਂ। ਕੋਈ ਇੱਦਾਂ ਨਹੀਂ ਵੀ ਮੈਂ ਕਹਿਣਾ ਵੀ ਚਲੋ ਕੋਈ ਗੱਲ ਨਹੀਂ ਵੀ ਅੱਜ 11 ਵਜੇ ਚੱਲ ਜਾਵਾਂਗੇ, ਨਾ, ਬਿਲਕੁਲ ਨਹੀਂ। ਇਹ ਚੀਜ਼ ਨੂੰ ਸਭ ਤੋਂ ਪਹਿਲਾਂ ਮੇਰੀ ਜਿਹੜੀ ਜੋਬ ਆ ਇਹ ਮੇਰੇ ਵਾਸਤੇ ਇੱਕ ਰੱਬ ਦਾ ਕੰਮ ਕਰਦੀ ਹੈ, ਪਰਮਾਤਮਾ ਦਾ, ਕਿਉਂ ਇਹਦੇ ਸਿਰ 'ਤੇ ਅਸੀਂ ਹੁਣ ਤੱਕ ਇੱਥੇ ਤੱਕ ਪਹੁੰਚੇ ਹਾਂ। ਅਤੇ ਮੈਂ ਇਹਨੂੰ ਸਭ ਤੋਂ ਪਹਿਲਾਂ ਪਹਿਲ ਦਿੰਦਾ, ਔਰ ਉਸ ਦੇ ਨਾਲ ਮੈਂ ਕਸਟਮਰਾਂ ਨੂੰ ਪਹਿਲ ਦਿੰਦਾ ਜਿਨ੍ਹਾਂ ਦੀ ਖਾਤਰ ਮੈਂ ਆ ਕੇ ਆਪਣੀ ਸੀਟ 'ਤੇ 7-8 ਘੰਟੇ ਬਹਿਣਾ। ਜੀ, ਮਤਲਬ ਤੁਹਾਨੂੰ ਕੀ ਲੱਗਦਾ ਕਿ ਕਈ ਵਾਰ ਲੋਕ ਹੁੰਦੇ ਨੇ ਆਪਣੇ ਹਾਲਾਤਾਂ ਨੂੰ ਹਰ ਵਾਰ ਦੋਸ਼ ਦੇ ਦਿੰਦੇ ਕਿ ਸਾਡੇ ਹਾਲਾਤ ਇਹੋ ਜਿਹੇ ਸੀਗੇ, ਅਸੀਂ ਆਹ ਨਹੀਂ ਕਰ ਪਏ, ਉਹ ਨਹੀਂ ਕਰ ਪਏ, ਬਟ ਤੁਸੀਂ ਮੈਨੂੰ ਲੱਗਦਾ ਹੈ ਫੌਜ ਤੋਂ ਬਾਅਦ ਫਿਰ ਇੱਥੇ ਵੀ ਆਏ, ਗਨਮੈਨ ਤੋਂ ਸ਼ੁਰੂਆਤ ਕੀਤੀ, ਅੱਜ ਐਡੇ ਵੱਡੇ ਅਹੁਦੇ 'ਤੇ ਪਹੁੰਚੇ ਹੋ, ਅਤੇ ਜੇਕਰ ਤੁਸੀਂ ਵੀ ਹਾਲਾਤਾਂ ਨੂੰ ਦੋਸ਼ ਦਿੰਦੇ ਰਹਿੰਦੇ ਫਿਰ ਤੁਸੀਂ ਇੱਥੇ ਨਾ ਪਹੁੰਚਦੇ। ਹਾਂਜੀ ਮੈਡਮ, ਬਿਲਕੁਲ। ਮੈਂ ਜਿਸ ਤਰ੍ਹਾਂ ਆਰਮੀ 'ਚ 2003 'ਚੋਂ ਪੈਨਸ਼ਨ ਆਇਆ ਸੀ, ਉਸ ਟਾਈਮ 'ਤੇ ਮੇਰੀ ਪੈਨਸ਼ਨ ਵੀ ਬਹੁਤ ਘੱਟ ਸੀਗੀ, ਜਿਹਦੇ ਨਾਲ ਘਰ ਦਾ ਨਹੀਂ ਗੁਜ਼ਾਰਾ ਹੋ ਸਕਦਾ ਸੀ। ਫਿਰ ਮੈਂ ਪਿੰਡ ਦੇ ਵਿੱਚ ਇੱਕ ਛੋਟੀ ਜਿਹੀ ਦੁਕਾਨ ਵੀ ਪਾਈ, ਉਹ ਦੁਕਾਨ ਵੀ ਚਲਾਈ ਮੈਂ, ਨਾਲ ਟੈਕਸੀ ਦਾ ਕੰਮ ਕੀਤਾ। 5 ਸਾਲ ਮੈਂ ਗੱਡੀ ਵੀ ਚਲਾਉਂਦਾ ਰਿਹਾ ਨਾਲ। ਪਰ ਮੈਂ ਇਹ ਚੀਜ਼ ਦੇ ਵਿੱਚ ਵੀ ਇਹੀ ਸੋਚਦਾ ਰਿਹਾ ਵੀ ਮੈਂ ਕਿਸੇ ਨਾ ਕਿਸੇ ਪਾਸੇ ਵਧਣ ਦਾ ਆਪਣੇ ਮਨ ਦੇ ਵਿੱਚ ਪੱਕਾ ਰੱਖਿਆ ਹੋਇਆ ਸੀਗਾ। ਜਦੋਂ ਇੱਧਰ ਗਨਮੈਨ ਡਿਊਟੀ ਮੇਰੀ ਲੱਗੀ ਆ, ਮੈਂ ਇੰਨਾ ਸ਼ੁਕਰ ਹੋਇਆ ਵੀ ਮੈਂ ਗੌਰਮੈਂਟ ਜੋਬ 'ਤੇ ਆ ਗਿਆ ਦੁਬਾਰਾ। ਅਤੇ ਇੱਧਰ ਫਿਰ ਮੇਰੀ ਉਹ ਜਿਹੜੀ ਲਗਨ ਆਰਮੀ ਵਾਲੀ ਸੀਗੀ, ਆਰਮੀ ਦੇ ਵਿੱਚ ਵੀ ਪੂਰਾ ਟੌਪ ਰਹੇ ਹਾਂ ਅਸੀਂ, ਕਮਾਂਡੋ ਵਗੈਰਾ 'ਚੋਂ ਰਹਿ ਕੇ ਆਏ ਹਾਂ, ਪੂਰਾ ਭੱਜ ਨੱਠ ਕਰਦੇ ਸੀ। ਅਤੇ ਉਸੇ ਨੂੰ ਫਿਰ ਮੈਂ ਇੱਧਰ ਵੀ ਜਾਰੀ ਰੱਖਿਆ। ਤੋਂ ਬਹੁਤ ਵਧੀਆ ਮੈਨੂੰ ਇੱਦਾਂ ਲੱਗਦਾ ਵੀ ਮੈਂ ਇੱਕ ਕਾਫੀ ਵੱਡੀ ਜੰਗ ਜਿੱਤ ਕੇ ਇੱਥੇ ਤੱਕ ਪਹੁੰਚੇ ਹਾਂ। ਕਿੰਨਾ ਲੱਗੇ, ਕਿੰਨੇ ਸਾਲ ਹੋ ਗਏ? ਦੇਖ ਲਓ ਤੁਸੀਂ, 2008 ਦੇ 12 ਦਸੰਬਰ ਨੂੰ ਮੇਰੀ ਜੁਆਇਨਿੰਗ ਆ ਬੈਂਕ ਦੀ, ਵੀ 13 ਕੁ ਸਾਲ ਤਕਰੀਬਨ ਲਾ ਲਓ। 13 ਸਾਲ ਦੇ ਵਿੱਚ ਮੈਂ ਮੈਨੇਜਰ ਬਣ ਗਿਆ, ਜਿਹੜਾ ਕਿ ਮੈਂ ਇੱਕ ਪਿੰਡ ਦੇ ਸਕੂਲ, ਸਰਕਾਰੀ ਸਕੂਲ 'ਚੋਂ, ਸੀਨੀਅਰ ਸੈਕੰਡਰੀ ਸਕੂਲ ਅੱਜ ਕੱਲ੍ਹ ਬਣ ਗਿਆ ਪੜੈਨ ਦਾ, ਵੀ ਉਹਦੇ ਵਿੱਚੋਂ ਹੀ ਮੈਂ ਉਹੀ ਬੋਰੀਆਂ 'ਤੇ ਬੈਠ ਕੇ ਪਹਿਲਾਂ ਅਸੀਂ ਪੜ੍ਹਦੇ ਹੁੰਦੇ ਸੀ, ਉੱਥੋਂ ਪੜ੍ਹ ਕੇ ਅਤੇ ਮੈਂ ਅੱਜ ਐਡੇ ਵੱਡੇ ਅਹੁਦੇ 'ਤੇ ਪਹੁੰਚੇ ਹਾਂ। ਇੱਕ ਮਾਣ ਵਾਲੀ ਗੱਲ ਮਹਿਸੂਸ ਕਰ ਰਹੇ ਹਾਂ ਅਸੀਂ ਇਹ ਚੀਜ਼ ਨੂੰ। ਜੀ। ਬਾਕੀ ਪਿੰਡ ਵਾਲੇ ਕੀ ਕਹਿੰਦੇ, EMPLOYEES ਕੀ ਕਹਿੰਦੇ? EMPLOYEE ਔਰ ਪਿੰਡ ਦੇ ਵਿੱਚ ਪੂਰੀ ਖੁਸ਼ੀ ਦੀ ਲਹਿਰ ਆ। ਪਿੰਡ ਦੇ ਵਿੱਚ ਵੀ ਹਰ ਬੰਦਾ ਵਧਾਈਆਂ ਦਿੰਦਾ, ਕਿਉਂ ਮੈਂ ਇਸ ਪਿੰਡ ਦਾ ਪਹਿਲਾ ਅਫਸਰ ਹਾਂ ਜਿਹੜਾ ਮਤਲਬ ਮੈਨੇਜਰ ਬਣਿਆ ਬੈਂਕ ਦਾ। ਜਿਸ ਤਰ੍ਹਾਂ ਅੱਗੇ ਅਸੀਂ ਬੈਂਕ ਦੇ ਵਿੱਚ ਜਾਂਦੇ ਹੁੰਦੇ ਸੀ, ਇਹ ਚੀਜ਼ ਸੋਚਦੇ ਸੀ ਵੀ ਮੈਨੇਜਰ ਦੀ ਪੋਸਟ ਕਿੰਨੀ ਉੱਚੀ ਆ, ਆਪਾਂ ਉਹਨੂੰ ਪੁੱਛ ਕੇ ਅੰਦਰ ਵੜਦੇ ਹਾਂ। ਅੱਜ ਪ੍ਰਮਾਤਮਾ ਦੀ ਕਿਰਪਾ ਦੁਆਰਾ ਉਹੀ ਪੋਸਟ ਸਾਡੇ ਕੋਲੇ ਆ, ਅਤੇ ਪਰ ਮੇਰੇ ਕੋਲ ਪੁੱਛਣ ਦੀ ਲੋੜ ਨਹੀਂ, ਪਰ ਮੇਰਾ ਤਾਂ ਦਰਵਾਜ਼ੇ 24 ਘੰਟੇ ਹਰ ਵਾਸਤੇ ਖੁੱਲ੍ਹੇ ਨੇ, ਚਾਹੇ ਉਹ ਕੋਈ ਗਰੀਬ ਆ ਚਾਹੇ ਅਮੀਰ ਆ, ਸਾਰਿਆਂ ਦਾ ਵੱਧ ਤੋਂ ਵੱਧ ਸਤਿਕਾਰ ਮੇਰੇ ਦਿਲ ਦੇ ਵਿੱਚ ਆ, ਜਿਹਨੂੰ ਮੈਂ ਇਸੇ ਤਰ੍ਹਾਂ ਹੀ ਜਾਰੀ ਰੱਖਾਂਗਾ ਪੂਰੀ ਉਮਰ। ਮਿਹਨਤ ਵੀ ਬਹੁਤ ਕੀਤੀ ਹੈ ਤੁਸੀਂ ਉਸ ਸੀਟ ਲਈ, ਉਸ ਸੀਟ 'ਤੇ ਬੈਠ ਕੇ ਕਿਹੋ ਜਿਹਾ ਮਹਿਸੂਸ ਹੁੰਦਾ? ਹਾਂਜੀ ਮੈਡਮ, ਵੀ ਬਹੁਤ ਵਧੀਆ ਮਹਿਸੂਸ ਹੁੰਦਾ, ਕਿਉਂ ਮੈਂ ਹਲੇ 3-4 ਦਿਨ ਪਹਿਲਾਂ ਹੀ ਪ੍ਰਮੋਟ ਹੋਇਆ। ਹੁਣ ਦੇਖੋ ਮੈਨੂੰ ਬ੍ਰਾਂਚ ਕਿਹੜੀ ਮਿਲਦੀ ਆ, ਇਹੀ ਬ੍ਰਾਂਚ ਦਿੰਦੇ ਆ ਜਾਂ ਬ੍ਰਾਂਚ ਮੇਰੀ ਚੇਂਜ ਹੁੰਦੀ ਆ। ਜੋ ਮੇਰੇ ਮਨ ਦੀ ਆਵਾਜ਼ ਆ ਜਾਂ ਪਬਲਿਕ ਦੀ ਆਵਾਜ਼ ਆ, ਉੱਪਰਲੀ ਮੈਨੇਜਮੈਂਟ ਦੀ ਆਵਾਜ਼ ਆ, ਉਹ ਇਸੇ ਸੀਟ 'ਤੇ ਮੈਂ ਬੈਠਾ ਹਾਂ। ਹਾਂਜੀ, ਅਤੇ ਬਹੁਤ ਵਧੀਆ ਮਹਿਸੂਸ ਹੁੰਦਾ, ਇੱਕ ਫਖਰ ਮਹਿਸੂਸ ਹੁੰਦਾ ਵੀ ਮੈਂ ਕਿੱਥੇ ਗੇਟ 'ਤੇ ਸੀਗਾ, ਫਿਰ ਮੈਂ ਗੇਟ ਤੋਂ ਹੌਲੀ ਆਪਣਾ ਸਫ਼ਰ ਤੈਅ ਕੀਤਾ, ਵੀ ਸਟੈਪ ਬਾਈ ਸਟੈਪ ਤਰੱਕੀ ਕਰਦਾ ਮੈਂ ਉਸ ਮੁਕਾਮ 'ਤੇ ਪਹੁੰਚ ਗਿਆ ਵੀ ਜਿੱਥੋਂ ਦਾ ਫਿਰ ਮੈਂ ਰਿਟਾਇਰਮੈਂਟ ਹੀ ਹੋ ਸਕਦਾ। ਮੈਂ ਆਹੀ ਅਗਲਾ ਸਵਾਲ ਪੁੱਛਣਾ ਸੀ, ਇਸ ਤੋਂ ਅੱਗੇ ਤਾਂ ਨਹੀਂ ਕੁਝ ਸੋਚਿਆ ਕਿ ਆਹ ਤੁਹਾਡਾ ਫੁੱਲ ਸਟਾਪ ਹੈ?
ਹਾਂ ਨਹੀਂ, ਇਸ ਤੋਂ ਅੱਗੇ ਤਾਂ ਮੇਰੀ ਸਰਵਿਸ ਹੁਣ 2 ਸਾਲ ਰਹਿੰਦੀ ਆ। 2 ਸਾਲ ਦੇ ਵਿੱਚ ਮੈਂ ਕੋਈ ਵੀ ਪ੍ਰਮੋਸ਼ਨ ਨਹੀਂ ਲੈਣਾ। ਹਾਂ, ਮੈਂ ਲੋਕਾਂ ਦਾ ਵੱਧ ਤੋਂ ਵੱਧ ਫਾਇਦਾ ਕਰੂੰਗਾ ਜਿੰਨਾ ਮੇਰੇ ਹੱਥ ਵਿੱਚ ਹੈਗਾ ਇਸੇ ਦੌਰਾਨ। ਕੋਈ ਤਾਂ ਕਿ ਇਹ ਨਾ ਕਹੇ ਵੀ ਹਾਂ ਪਿਛਲੀ ਨੌਕਰੀ ਇਹਨੇ ਇੰਨੀ ਵਧੀਆ ਕੀਤੀ ਹੈ ਅਤੇ ਹੁਣ ਵਾਲੀ ਨੌਕਰੀ ਇੱਦਾਂ ਹੀ ਕੀਤੀ ਹੈ, ਹੈ ਨਾ। ਵੀ ਜਿੰਨਾ ਮੇਰੇ ਤੋਂ ਕਿਸੇ ਦਾ ਭਲਾ ਹੋ ਸਕਿਆ ਮੈਂ ਸੀਟ 'ਤੇ ਬੈਠ ਕੇ ਕਰਾਂਗਾ, ਕਿਸੇ ਦਾ ਬੁਰਾ ਨਹੀਂ ਕਰਾਂਗਾ ਕਦੇ ਵੀ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਲੋਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਜਿਸ ਤਰ੍ਹਾਂ ਆਪਾਂ ਵੀ ਛੱਪੜ ਦਾ ਪਾਣੀ ਨਾ ਬਣੋ ਵੀ ਜਿਹੜਾ ਇੱਕ ਥਾਂ 'ਤੇ ਖੜਾ ਰਹੇ। ਤੁਸੀਂ ਵਗਦੇ ਦਰਿਆਵਾਂ ਦਾ ਪਾਣੀ ਬਣੋ ਜਿਹੜਾ ਚੱਲਦਾ ਰਹੇ ਔਰ ਸਾਫ਼ ਸੁਥਰਾ ਰਹੇ ਔਰ ਜਿਹਨੂੰ ਹਰ ਬੰਦਾ ਚਾਹੇ, ਮਤਲਬ ਵਧੀਆ ਲੱਗੇ ਹਰ ਬੰਦੇ ਨੂੰ। ਤੋ ਵੀ ਇਹੀ ਸੁਨੇਹਾ ਵੀ ਆਪਣੀ ਲਾਈਫ ਦੇ ਵਿੱਚ ਆਪਾਂ ਮਿਹਨਤ ਕਰਦੇ ਰਹੋ। ਜਿਸ ਤਰ੍ਹਾਂ ਮੈਂ 2-3 ਵਾਰੀ ਫੇਲ ਹੋਇਆ, ਇਹ ਨਾ ਸੋਚੋ ਵੀ ਮੈਂ ਫੇਲ ਹੋ ਗਿਆ। ਅੱਜ ਕੱਲ੍ਹ ਦੇ ਬੱਚੇ ਦੂਜੀ ਵਾਰੀ ਕਹਿੰਦੇ ਮੈਂ ਪੇਪਰ ਹੀ ਨਹੀਂ ਦੇਣਾ, ਮੈਂ ਤਾਂ ਫੇਲ ਹੋ ਗਿਆ। ਪਰ ਇਹ ਚੀਜ਼ ਨਹੀਂ, ਆਪਾਂ ਫੇਲ ਹੋ ਗਏ ਸਮਝ ਲਓ ਤਾਂ ਸਾਨੂੰ ਸਬਕ ਸਿੱਖਿਆ ਗਿਆ ਵੀ ਅਗਲੀ ਵਾਰ ਅਸੀਂ ਤਿਆਰੀ ਕਰਕੇ ਉਦੋਂ ਬਾਅਦ ਨੂੰ ਉਹਨੂੰ ਕਲੀਅਰ ਕਰ ਸਕਦੇ ਹਾਂ। ਇਸੇ ਤਰੀਕੇ ਨਾਲ ਕਲੀਅਰ ਹੋਇਆ। ਅੱਜ ਉਹ ਮੈਂ ਮੈਨੇਜਰ ਵੀ ਬਣਿਆ। 2021 ਦੇ ਵਿੱਚ ਵੀ ਮੈਂ ਐਗਜ਼ਾਮ ਦਿੱਤਾ ਸੀ, ਉਹ ਵੀ ਫੇਲ ਹੋ ਗਿਆ ਸੀ ਮੈਨੇਜਰ ਬਣਨ ਨੂੰ, ਵੀ ਮੈਂ ਦੂਸਰੇ ਐਗਜ਼ਾਮ 'ਚ ਪਾਸ ਹੋਇਆ। ਵੀ ਇਹ ਵੀ ਸੋਚ ਆ ਵੀ ਆਪਾਂ ਅੱਗੇ ਵਧਣ ਵਾਸਤੇ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਆ ਹਰ ਉਮਰ ਦੇ ਵਿੱਚ। ਔਰ ਤੁਸੀਂ ਪ੍ਰੂਫ ਕਰਤਾ ਜਿਹੜਾ ਆਪਾਂ ਪ੍ਰੋਵਰਬ ਪੜ੍ਹਦੇ ਹੁੰਦੇ ਸੀ ਛੋਟੇ ਹੁੰਦੇ ਆ, ਏਜ ਇਜ਼ ਜਸਟ ਅ ਨੰਬਰ, ਕਿ ਉਮਰ ਸਿਰਫ ਇੱਕ ਨੰਬਰ ਹੀ ਹੈ, ਉਹ ਡਿਫਾਈਨ ਨਹੀਂ ਕਰਦਾ। ਉਹ ਤੁਸੀਂ ਪ੍ਰੂਵ ਵੀ ਕਰਤਾ। ਬਿਲਕੁਲ ਮੈਡਮ, ਇਹ ਤਾਂ ਹੁਣ ਇਹ ਲੋਕਾਂ ਵਾਸਤੇ ਬਹੁਤ ਵੱਡਾ ਸੁਨੇਹਾ। ਜਿਹੜੀ ਸਾਡੀ ਨਵੀਂ ਜਨਰੇਸ਼ਨ ਆ, ਜਿਹੜੇ ਹੁਣ ਉਹ ਪੜ੍ਹਦੇ ਨੇ, ਇੱਕ ਵਾਰੀ ਫੇਲ ਹੋ ਜਾਣਾ ਦੁਬਾਰਾ ਕਹਿੰਦੇ ਵੀ ਮੈਂ ਸਕੂਲ ਜਾਂ ਕਾਲਜ ਨਹੀਂ ਜਾਣਾ, ਮੇਰੀਆਂ ਆਪਣੀਆਂ ਕਿਤਾਬਾਂ ਅਤੇ ਕੰਮ ਫਤਿਹ ਹੋ ਗਿਆ। ਉਹਨਾਂ ਨੂੰ ਮੇਰਾ ਇਹ ਸੁਨੇਹਾ ਵੀ ਇਹ ਚੀਜ਼ ਨੂੰ ਕਦੇ ਉਹ ਨੈਗੇਟਿਵ ਨਾ ਲਓ, ਪੋਜ਼ੀਟਿਵ ਲੈ ਕੇ ਚੱਲੋ। ਕਿਉਂ ਸਾਨੂੰ ਉਹ ਚੀਜ਼ ਤੋਂ ਫਿਰ ਸਮਝ ਆ ਗਈ ਵੀ ਅਸੀਂ ਫੇਲ ਕਿਉਂ ਹੋਏ ਹਾਂ। ਅਗਲੀ ਵਾਰੀ ਉਹ ਚੀਜ਼ਾਂ ਨੂੰ ਆਪਾਂ ਅਲਾਮਤਾਂ ਨੂੰ ਦੂਰ ਕਰੋ ਅਤੇ ਆਪਣਾ ਮਿਹਨਤ ਕਰਕੇ ਫਿਰ ਦੁਬਾਰਾ ਪਾਸ ਹੋ ਸਕਦੇ ਹਾਂ। ਹਾਂਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਸਾਡੇ ਦਰਸ਼ਕਾਂ ਦੇ ਨਾਲ ਅੱਜ ਗੱਲਬਾਤ ਕਰਨ ਲਈ, ਰੂਬਰੂ ਹੋਣ ਲਈ ਬਹੁਤ ਬਹੁਤ ਧੰਨਵਾਦ ਐਂਡ ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫਿਰ। ਠੀਕ ਆ, ਥੈਂਕ ਯੂ ਵੈਰੀ ਮੱਚ। ਡੇਲੀ ਪੋਸਟ ਪੰਜਾਬੀ ਦਾ ਮੈਂ ਆਪਣੇ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ। ਮੇਰੀ ਫੈਮਿਲੀ ਦੀ ਤਰਫੋਂ ਵੀ ਧੰਨਵਾਦ ਕਰਦਾ। ਜੋ ਆਪ ਜੀ ਸਾਰੇ ਸਟਾਫ ਜੋ ਮੇਰੇ ਕੋਲ ਚੱਲ ਕੇ ਆਏ ਆ ਮੇਰੇ ਪਿੰਡ ਦੇ ਵਿੱਚ, ਇੱਕ ਬਹੁਤ ਮੈਂ ਆਪਣਾ ਨੀਵਾਂਪਨ ਦੱਸਣਾ ਚਾਹੁੰਦਾ ਵੀ ਮੈਂ ਇੱਕ ਪੇਂਡੂ ਮਤਲਬ ਇਨਸਾਨ ਆ ਜਿਹਦੀ ਖਾਤਰ ਤੁਸੀਂ ਮੇਰੇ ਕੋਲ ਖੁਦ ਚੱਲ ਕੇ ਆਏ ਆ। ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਕਰੇ। ਹਾਂਜੀ, ਪਹਿਲਾਂ ਮੈਂ ਇਸੇ ਜਗ੍ਹਾ 'ਤੇ ਗਨਮੈਨ ਤੈਨਾਤ ਹੁੰਦਾ ਸੀਗਾ ਅਤੇ ਜਦੋਂ ਵੀ ਆਉਣਾ ਇੱਥੇ ਹਰ ਬੰਦੇ ਨੂੰ ਸਲੂਟ ਮਾਰਨਾ, ਇੱਥੇ ਗੇਟ ਵਗੈਰਾ ਖੋਲ੍ਹਣਾ ਸਾਰਾ ਕੁਛ। ਅਤੇ ਹੌਲੀ ਇਸੇ ਜਗ੍ਹਾ 'ਤੇ, ਹਾਂਜੀ ਬਿਲਕੁਲ ਸੇਮ ਤੁਹਾਡੀ ਜਗ੍ਹਾ ਇਹ ਖੜੇ ਹੋਏ ਆ। ਹਾਂਜੀ ਬਸ ਉਹ ਹੌਲੀ ਪਰਮਾਤਮਾ ਦੀ ਕਿਰਪਾ ਹੁੰਦੀ ਇਹ ਵਰਦੀ ਫਿਰ ਛੁੱਟ ਗਈ ਸਾਡੇ ਕੋਲੋਂ। ਫਿਰ ਮੈਂ ਉੱਥੇ ਕੈਸ਼ ਕੈਬਨ ਦੇ ਵਿੱਚ ਇਸੇ ਵਿੱਚ ਹੀ ਮੈਂ ਬਹਿੰਦਾ ਰਿਹਾ ਕੈਸ਼ੀਅਰ। ਅਤੇ ਉਸ ਤੋਂ ਬਾਅਦ ਫਿਰ ਮੈਂ ਬਾਹਰਲੀ ਸੀਟ 'ਤੇ ਆਇਆ ਕੈਸ਼ ਕੈਬਨ ਦੇ ਨਾਲ ਦੀ। ਹੁਣ ਮੈਂ ਉਸ ਤੋਂ ਅੱਗੇ ਉਹ ਪਿੱਛੇ ਮੇਰਾ ਬੋਰਡ ਲੱਗਾ ਅਕਾਊਂਟੈਂਟ ਦਾ। ਉਹ ਵੀ ਲੋਕਾਂ ਨੂੰ ਦਿਖਾਉਂਦੇ ਆ, ਦਰਸ਼ਕਾਂ ਨੂੰ ਉਹ ਵੀ ਦਿਖਾਉਂਦੇ ਆ। ਹੁਣ ਤੁਹਾਡਾ ਕੈਬਿਨ ਕਿਹੜਾ ਹੈ, ਉਸ ਕੈਬਿਨ ਤੱਕ ਵੀ ਲੈ ਕੇ ਚੱਲਦੇ ਆ ਜਿੱਥੇ ਅੱਜ ਪਰਮਜੀਤ ਸਿੰਘ ਜੀ ਬਹਿੰਦੇ ਆ। ਤੇ ਆ ਹੁਣ ਤੁਹਾਡਾ ਕੈਬਿਨ। ਹਾਂਜੀ, ਇਹ ਬਿਲਕੁਲ ਇਹ ਸੀਟ 'ਤੇ ਬਹਿੰਦੇ ਆ ਹੁਣ। ਅਤੇ ਹੌਲੀ ਜੇ ਇਹ ਥੋੜ੍ਹੇ ਦਿਨ ਤੱਕ ਸਾਡੀ ਜੇ ਬਦਲੀ ਹੁੰਦੀ ਆ ਫਿਰ ਮੈਂ ਅੰਦਰਲੇ ਕੈਬਨ ਦੇ ਵਿੱਚ ਬੈਠਾਂਗਾ, ਮੇਨ ਜਿਹੜਾ ਕੈਬਨ ਆ। ਅੱਛਾ, ਹੁਣ ਮੇਨ ਕੈਬਨ 'ਚ। ਹਾਂਜੀ, ਉਹ ਜਿਹੜੇ ਸ਼ੁਰੂਆਤ ਵਿੱਚ ਆ ਉਹਦੇ ਵਿੱਚ। ਫਿਰ ਉੱਥੇ ਤੁਹਾਡੇ। ਹਾਂਜੀ, ਇੱਥੇ ਜਗ੍ਹਾ ਬਹੁਤ ਘੱਟ ਹੈ, ਚੱਲਣਾ ਤਾਂ ਸਿਰਫ 4 ਕਦਮ ਦਾ ਹੀ ਹੈ, ਬਟ ਅਹੁਦਾ, ਰਿਸਪੌਂਸਿਬਿਲਿਟੀਜ਼, ਬਦਲਾਅ ਬਹੁਤ ਵੱਡਾ ਹੈ। ਹਾਂਜੀ, ਹੈ ਤਾਂ ਦੇਖਣ ਨੂੰ ਛੋਟਾ ਲੱਗਦਾ ਪਿੰਡ ਆ, ਪਰ ਜਿਹੜਾ ਤੈਅ ਕਰਦਾ ਉਹਨੂੰ ਪਤਾ ਵੀ ਕਿੱਦਾਂ ਤੈਅ ਹੁੰਦਾ ਇਹ, ਹੈ ਨਾ। ਅਤੇ ਤੈਅ ਕਰਨ ਵਾਸਤੇ ਕਈ ਸਾਲ ਲੱਗ ਗਏ ਨੇ, ਬਹੁਤ ਮਿਹਨਤ ਕੀਤੀ ਇਹਦੇ ਵਿੱਚ, ਫੇਲ ਵੀ ਡਿੱਗੇ ਵੀ ਆ, ਪਰ ਫਿਰ ਉੱਠ ਕੇ ਭੱਜਦੇ ਰਹੇ ਆ। ਇੱਦਾਂ ਨਹੀਂ ਹੌਸਲਾ। ਤੇ ਕੀ ਤੁਸੀਂ ਜ਼ਿਕਰ ਵੀ ਕਰ ਰਹੇ ਸੀ ਕਿੰਨੀ ਤਨਖਾਹ ਹੁੰਦੀ ਸੀ ਔਰ ਅੱਜ ਕਿਸ ਮੁਕਾਮ ਤੇ ਪਹੁੰਚੇ ਹੋ ਸਿਰਫ ਆਪਣੀ ਮਿਹਨਤ ਕਰ। ਹਾਂਜੀ, ਜਦੋਂ ਮੈਂ ਇੱਧਰ ਪਹਿਲਾਂ ਮੈਂ ਆਰਮੀ 'ਚ ਦੱਸਦਾ, ਜਦੋਂ ਮੈਂ ਆਰਮੀ ਵਿੱਚ ਸੀਗਾ, ਮੈਂ ਆਰਮੀ ਜੁਆਇਨ ਕੀਤੀ ਸੀ, ਉਦੋਂ 349 ਰੁਪਏ ਤਨਖਾਹ ਸੀ ਮੇਰੀ ਟੋਟਲ 82 ਦੇ ਵਿੱਚ। ਜਦੋਂ ਮੈਂ ਆਰਮੀ 'ਚ ਰਿਟਾਇਰਮੈਂਟ ਆਇਆ ਉਦੋਂ ਮੇਰੀ 7300 ਰੁਪਏ ਤਨਖਾਹ ਸੀ। ਫਿਰ ਮੈਂ ਜਿੱਦਾਂ ਬੈਂਕ ਜੁਆਇਨ ਕੀਤੀ ਆ, ਬੈਂਕ ਦੇ ਵਿੱਚ ਮੈਂ 6800 ਰੁਪਏ ਤੋਂ ਜੁਆਇਨਿੰਗ ਕੀਤੀ ਸੀਗੀ ਜਦੋਂ ਮੈਂ ਗਨਮੈਨ ਸੀਗਾ। ਅਤੇ ਹੁਣ ਤਾਂ ਵਾਹਿਗੁਰੂ ਦੀ ਕਿਰਪਾ ਕਾਫੀ ਜ਼ਿਆਦਾ, ਕਈ ਗੁਣਾ ਵੱਧ ਕਹਿ ਸਕਦਾ ਮੈਂ। ਹਾਂਜੀ, ਅਤੇ ਹੁਣ ਤਾਂ ਕੋਈ ਇਹਦੇ ਕਮੀ ਨਹੀਂ ਹੈ। ਇੱਥੇ ਮੈਂ ਇਸ ਜਗ੍ਹਾ ਦੇ ਉੱਤੇ ਕੈਸ਼ੀਅਰ, ਜਦੋਂ ਪ੍ਰਮੋਟ ਹੋਇਆ ਤਾਂ ਮੈਂ ਇੱਥੇ ਕੈਸ਼ੀਅਰ ਸੀਗਾ, ਫਿਰ ਕੈਸ਼ੀਅਰ। ਫਿਰ ਮੈਂ ਹੌਲੀ ਇਹ ਕੈਸ਼ੀਅਰ ਦੀ ਸੀਟ ਛੱਡੀ, ਫਿਰ ਮੈਂ ਇਹਨਾਂ ਦੀ ਜਗ੍ਹਾ ਬੈਠਾ।
ਹਾਂਜੀ ਜਿੱਥੇ ਅੱਜ ਸਾਡੇ ਐਸਏ ਸਰ ਬੈਠੇ ਨੇ ਰਮਨਦੀਪ ਸਿੰਘ, ਇਹਨਾਂ ਦੀ ਜਗ੍ਹਾ ਬੈਠਦਾ ਰਿਹਾ। ਫਿਰ ਮੈਂ ਇੱਥੋਂ ਅਫਸਰ ਬਣ ਕੇ ਚਲੇ ਗਿਆ ਸੀ ਬਾਹਰ। ਫਿਰ ਹੁਣ ਮੈਂ ਦੁਬਾਰਾ ਉਹ ਸੀਟ ਤੇ ਆਇਆ। ਹੁਣ ਉਸ ਸੀਟ ਤੇ ਆਏ ਹੋ। ਉਹ ਅਕਾਊਂਟੈਂਟ ਦੀ ਸੀਟ ਆ, ਉੱਪਰ ਲਿਖਿਆ ਹੋਇਆ ਸਾਡੇ। ਇਸ ਤੋਂ ਬਾਅਦ ਹੁਣ ਤੁਹਾਡਾ ਕਿਹੜਾ ਕੈਬਨ ਹੋਏਗਾ? ਇਸ ਤੋਂ ਬਾਅਦ ਉਹ ਮੇਨ ਕੈਬਨ ਹੋਏਗਾ ਜਿਹੜਾ ਅੱਛਾ, ਜਿਹੜਾ ਅੰਦਰ ਕੈਬਨ ਹੈ ਉੱਥੇ ਹੀ ਚੱਲਦੇ। ਜੀ, ਉਧਰ ਵੀ ਮੇਨ ਕੈਬਨ ਵੀ ਦਿਖਾਉਂਦੇ ਆ। ਹੁਣੇ ਪ੍ਰੋਮੋਸ਼ਨ ਹੋਈ ਹੈ ਤਾਂ ਹੁਣ ਅਗਲਾ ਕੈਬਨ ਕਿੱਥੇ ਸ਼ਿਫਟ ਹੋਏਗਾ? ਆ ਬ੍ਰਾਂਚ ਮੈਨੇਜਰ ਹੁਣ ਇਹਦੇ ਥੱਲੇ ਹੁਣ ਆਹ ਵਾਲਾ ਕੈਬਨ ਹੋਏਗਾ ਤੁਹਾਡਾ। ਹਾਂਜੀ ਲੱਗਦਾ ਵਾਹਿਗੁਰੂ ਕਿਰਪਾ ਨਾਲ। ਇਹ ਸਾਡੇ ਬ੍ਰਾਂਚ ਹੈੱਡ ਸਰ ਨੇ, ਮਿਸਟਰ ਪ੍ਰਿਆ ਬਰਾਤਾ ਰਾਏ, ਉੜੀਸਾ ਨੂੰ ਬਿਲੋਂਗ ਕਰਦੇ ਨੇ। ਹੁਣ ਦੇਖਦੇ ਹਾਂ ਵੀ ਇਹ ਚੇਅਰ ਮੈਨੂੰ ਕਿੱਦਣ ਛੱਡਦੇ ਨੇ। ਤੁਹਾਡੀ ਚੇਅਰ ਤੇ ਬੈਠਣਗੇ? नहीं, अभी तो ये बैंक की जो है गाइडलाइंस है कहाँ पे पोस्टिंग मिलेगी, ये सेंट्रल लेवल पे होती है। इनकी पोस्टिंग कहाँ पे मिलेगी, क्या होगी, वो तो वहाँ पे डिसाइड होगा। मुझे लगता है कि इस मंथ एंड या फिर अगले महीने फर्स्ट वीक तक आ जाएगा इनका पोस्टिंग। देखते हैं जहाँ होगा पोस्टिंग वहाँ पे ज्वाइन करेंगे। बढ़िया ईमानदारी से काम करते हैं, बहुत मेहनत से काम करते हैं। वहाँ पे भी मैं भी वही करूँगा, वहाँ पे भी वैसे ही काम करें वो। ਫਿਰ ਤੁਹਾਡਾ ਇਸ ਤਰ੍ਹਾਂ ਦਾ ਹੀ ਕੈਬਨ ਮਤਲਬ ਕਿਹੜੀ ਵੀ ਬ੍ਰਾਂਚ ਹੋ ਸਕਦੀ ਹੈ? ਹਾਂਜੀ ਕਿਸੇ ਵੀ ਬ੍ਰਾਂਚ 'ਚ, ਚਾਹੇ ਮੈਂ ਇੱਥੇ ਬੈਠਾ, ਚਾਹੇ ਮੇਰੀ ਬ੍ਰਾਂਚ ਚੇਂਜ ਕਰ ਦੇਣ, ਤਕਰੀਬਨ ਮੈਂ ਮੈਕਸਿਮਮ ਬ੍ਰਾਂਚ ਹੈੱਡ ਹੀ ਲੱਗਾਂਗਾ। ਤੁਸੀਂ ਦੋਵਾਂ ਨੇ ਇਕੱਠੇ ਕੰਮ ਸ਼ੁਰੂ ਕੀਤਾ? हाँ जी, हाँ जी, पूरे इकट्ठा काम किया जी। और अपने नई जॉइनिंग थी इनकी, ये नई आई थी। मतलब बहुत पुराना बंदा है। हाँ, बहुत पुराना बंदा मतलब। ਤੁਸੀਂ ਕਿੰਨੇ ਸਾਲਾਂ ਦੇ ਜਾਣਦੇ ਹੋ ਉਹਨਾਂ ਨੂੰ? वो काफ़ी साल से जानते जब तक ये आया जी। ये नई जॉइनिंग थी इनकी। ਅੱਛਾ, ਪਹਿਲੇ ਇੱਥੇ ਖੜਦੇ ਹੁੰਦੇ ਸੀ? नहीं ठीक खड़े थे। गनमैन थी पहले। गनमैन सी हाँ, गनमैन थी। गनमैन से फिर प्रमोट हुई है हेड कैशियर तो फिर ये हुई है मैनेजर, 2 मैनेजर, अब बड़े मैनेजर बन गए। ਕਿਹੋ ਜਿਹਾ ਮਹਿਸੂਸ ਹੁੰਦਾ ਕਿ ਤੁਹਾਡੇ ਨਾਲ ਹੀ ਕੰਮ ਕਰਦਾ ਸੀ, ਅੱਜ ਏਡੇ ਵੱਡੇ ਅਹੁਦੇ ਤੇ ਪਹੁੰਚ ਗਿਆ? ਕਿਹੋ ਜਿਹਾ ਮਹਿਸੂਸ ਹੁੰਦਾ? बहुत बड़ा महसूस होता है। हाँ, बहुत बड़ा महसूस होता है। क्या सीखने को मिलता है इनसे? नहीं तो सब कुछ सीखने को मिला जी। हाँ, बहुत सीखने को मिलता। ऐसे सालू देते हैं, सालू तो नाल ही रहे हैं। हाँ, नाल ही रहे इनकी साल। ਤੁਸੀਂ ਵੀ ਨਾਲ ਹੀ ਰਹੇ ਹੋ ਇਹਨਾਂ ਦੇ? ਕਿੰਨੇ ਸਾਲਾਂ ਤੋਂ ਜਾਣਦੇ? ਜਿਵੇਂ ਮੈਂ 2013 ਤੋਂ ਸਰ ਦੇ ਨਾਲ ਆ। ਸਰ ਨੇ 2008 ਦੇ ਵਿੱਚ ਜੁਆਇਨਿੰਗ ਕੀਤੀ ਸੀ, ਗਨਮੈਨ ਸੀ, ਇੱਥੇ ਡਿਊਟੀ ਕਰਦੇ ਸੀ। ਤੋਂ ਬਾਅਦ ਇਹਨਾਂ ਨੇ ਕਾਫੀ ਤਰੱਕੀ ਕੀਤੀ, ਕੰਪਿਊਟਰ ਵਗੈਰਾ ਸਿੱਖਿਆ। ਸਰ ਸੀ ਅਤੇ ਇੱਕ ਮੈਨੇਜਰ ਸਾਹਿਬ, ਉਹਨਾਂ ਨੇ ਮਤਲਬ ਇਹਨਾਂ ਨੂੰ ਗਾਈਡ ਕੀਤਾ। ਗਾਈਡ ਕਰਕੇ ਫਿਰ ਇਹਨਾਂ ਨੇ ਕੈਸ਼ੀਅਰ ਬਣੇ, ਹੈੱਡ ਕੈਸ਼ੀਅਰ ਬਣੇ, ਫਿਰ ਡਿਪਟੀ ਮੈਨੇਜਰ ਬਣੇ। ਹੁਣ ਇਹ ਤਰੱਕੀ ਕਰਕੇ ਮੈਨੇਜਰ ਸਾਹਿਬ ਬਣ ਗਏ। ਇਸ ਅਹੁਦੇ ਤੋਂ ਉੱਥੇ ਤੱਕ ਜਾਣਾ ਮੈਨੂੰ ਲੱਗਦਾ ਹੈ ਬਹੁਤ ਵੱਡਾ ਸਭ ਵੱਡੀ ਗੱਲ, ਹਾਂਜੀ ਬਹੁਤ ਹਾਂਜੀ ਵੱਡੀ ਗੱਲ ਹੈ। ਹਾਂਜੀ ਹਾਂਜੀ, ਬਹੁਤ ਵੱਡੀ ਗੱਲ ਹੈ ਜੀ। ਕੀ ਇਹਨਾਂ ਤੋਂ ਕੀ ਸਿੱਖਿਆ ਤੁਸੀਂ? ਤਾਂ ਮਿਹਨਤ ਕਰਨੀ ਚਾਹੀਦੀ ਹੈ। ਮਿਹਨਤ ਕੀਤੀ ਹੈ, ਇਹਨਾਂ ਨੇ ਇੱਥੇ ਤੱਕ ਪਹੁੰਚਿਆ। ਬੜੀ ਵਧੀਆ ਗੱਲ ਆ, ਪਿੰਡ ਵਾਸਤੇ ਬਹੁਤ ਵਧੀਆ ਗੱਲ ਆ। ਹਾਂਜੀ, ਪਿੰਡ ਨੂੰ ਵੀ ਮਾਣ ਆ, ਸਾਰੇ ਮਾਣ ਕਰਦੇ ਆ। ਜੋ ਸਾਬਕਾ ਫੌਜੀ ਰਹਿ ਚੁੱਕੇ ਨੇ, ਉਸ ਤੋਂ ਬਾਅਦ ਗਨਮੈਨ ਤੋਂ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ ਔਰ ਗਨਮੈਨ ਤੋਂ ਬਾਅਦ ਦਿਮਾਗ ਸੋਚਿਆ ਹੁੰਦਾ ਹੈ ਕਿ ਮੈਂ ਉਸ ਅਹੁਦੇ ਤੇ ਜਾਣਾ ਹੈ ਜਿੱਥੇ ਸਭ ਤੋਂ ਜ਼ਿਆਦਾ ਜਿਹਨੂੰ ਸਲੂਟ ਵੱਜਦੇ ਨੇ। ਹਾਲਾਂਕਿ ਉਸ ਸਮੇਂ ਉਹ ਲੋਕਾਂ ਨੂੰ ਸਲੂਟ ਕਰਦੇ ਸੀ, ਉਸ ਅਹੁਦੇ ਤੇ ਜਾ ਕੇ ਪਹੁੰਚਦੇ ਨੇ ਜਿਨ੍ਹਾਂ ਨੂੰ ਲੋਕ ਸਲੂਟ ਕਰਦੇ ਨੇ। ਤਾਂ ਪੈਂਡਾ ਬਹੁਤ ਲੰਬਾ ਰਿਹਾ ਪਰ ਅੱਜ ਫਲ ਇਹਨਾਂ ਦੇ ਸਾਹਮਣੇ ਔਰ ਝੋਲੀ ਦੇ ਵਿੱਚ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਨੇ। ਤਾਂ ਮੈਸੇਜ ਇਹ ਦੇ ਰਹੇ ਨੇ ਕਿ ਏਜ ਇਜ਼ ਜਸਟ ਅ ਨੰਬਰ। ਜੋ ਵੀ ਤੁਸੀਂ ਕਰਨਾ ਚਾਹੋ ਜ਼ਿੰਦਗੀ ਦੇ ਵਿੱਚ, ਕਿਸੇ ਵੀ ਸਮੇਂ ਕਰਨਾ ਚਾਹੋ, ਤੁਸੀਂ ਆਪਣੀ ਹਿੰਮਤ ਦੇ ਨਾਲ, ਆਪਣੇ ਜਜ਼ਬੇ ਦੇ ਨਾਲ, ਡੈਡੀਕੇਸ਼ਨ ਦੇ ਨਾਲ ਕੁਝ ਵੀ ਮੁਕਾਮ ਹਾਸਿਲ ਕਰਨਾ ਚਾਹੋ ਤੁਸੀਂ ਕਰ ਸਕਦੇ ਹੋ। ਕੈਮਰਾ ਪਰਸਨ ਹਰਦੀਪ ਦੇ ਨਾਲ, ਸਹਿਯੋਗੀ ਹੈਪੀ ਦੇ ਨਾਲ, ਜਸਨੂਰ ਤਵਨ, ਡੇਲੀ ਪੋਸਟ ਪੰਜਾਬੀ, ਜਗਰਾਉਂ।